ਆਸਾ ਮਹਿਲਾ ਪਹਿਲਾ। ਗ੍ਰਹਿ ਬਨ ਸਮਸਰ ਸਹਿਜ ਸੁਭਾਏ। ਦੁਰਮਤ ਗਤ ਭਈ ਕੀਰਤ ਠਾਈ। ਸਚ ਪੌੜੀ ਸਾਚੋ ਮੁਖ ਨਾਉ। ਸਤਿਗੁਰ ਸੇਵ ਪਾਏ ਨਿਜ ਥਾਉ। ਮਨ ਚੂਰੇ ਖਟ ਦਰਸ਼ਨ ਜਾਣ। ਸਰਬ ਜੋਤ ਪੂਰਨ ਭਗਵਾਨ ਰਹਾਉ। ਅਦਕ ਤਿਆਸ ਭੇਖ ਬਹੁ ਕਰੈ। ਦੁਖ ਵਿਖਿਆ ਸੁਖ ਤਨ ਪਰ ਹਰੈ। ਕਾਮ ਕ੍ਰੋਧ ਅੰਤਰ ਧਨ ਹਿਰੈ। ਦੁਬਿਧਾ ਛੋੜ ਨਾਮ ਨਿਸਤਰੈ। ਸਿਫਤ ਸਲਾਹਣ ਸਹਿਜ ਆਨੰਦ। ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸ਼ਿੰਦ। ਤਨ ਮਨ ਹਰ ਪੈ ਆਗੈ ਜਿੰਦ। ਝੂਠ ਵਿਕਾਰ ਮਹਾ ਦੁਖ ਦੇਹ। ਭੇਖ ਵਰਨ ਦੀਸੈ ਸਭ ਖੇ। ਜੋ ਉਪਜੈ ਸੋ ਆਵੈ ਜਾਏ। ਨਾਨਕ ਅਸਥਿਰ ਨਾਮ ਰਜ਼ਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ। ਇੱਕ ਗੱਲ ਗੁਰੂ ਮਹਾਰਾਜ ਨੇ ਬੜੀ ਸਰਲ ਸ਼ਬਦਾਵਲੀ ਵਿੱਚ ਸਮਝਾਈ। ਇੱਕ ਪਾਸੇ ਹਠ ਯੋਗ ਹੈ, ਇੱਕ ਪਾਸੇ ਸਹਿਜ ਯੋਗ। ਹਠ ਯੋਗ ਉਸਨੂੰ ਕਹਿੰਦੇ ਨੇ ਜਿਹੜਾ ਸਰੀਰ ਨੂੰ ਕਸ਼ਟ ਦੇ ਕੇ ਕੀਤਾ ਜਾਏ, ਉਹ ਹਠ ਯੋਗ। ਔਰ ਸਹਿਜ ਯੋਗ ਉਹ ਹੈ ਜਿਹੜਾ ਮਨ ਨੂੰ ਸਮਝਾ ਕੇ, ਮਨਾ ਕੇ, ਮਨ ਦੀ ਸਹਿਮਤੀ ਨਾਲ ਕੀਤਾ ਜਾਏ, ਇਹ ਸਹਿਜ ਯੋਗ। ਕਿਉਂਕਿ ਗ੍ਰਸਤ ਵਿੱਚ ਰਹਿੰਦੇ ਹਾਂ, ਗ੍ਰਸਤੀ ਬੰਦੇ ਨੂੰ ਕੋਈ ਹਠ ਯੋਗ ਕਰਨਾ ਬੜਾ ਔਖਾ। ਜਿਹੜੇ ਤੇ ਘਰ ਛੱਡ ਕੇ ਜੰਗਲਾਂ ਨੂੰ ਚਲੇ ਗਏ, ਉਹ ਜੋ ਮਰਜ਼ੀ ਕਰਦੇ ਫਿਰ, ਕਿਉਂਕਿ ਉਹਨਾਂ ਨੇ ਸਭ ਜ਼ਿੰਮੇਵਾਰੀਆਂ ਛੱਡ ਦਿੱਤੀਆਂ। ਗੁਰੂ ਦੀ ਮੱਤ ਅਨੁਸਾਰ ਉਹ ਇੱਕ ਤਰ੍ਹਾਂ ਭਗੌੜੇ ਹਨ। ਉਹ ਜ਼ਿੰਦਗੀ ਵਿੱਚ ਜੂਝਣ ਤੋਂ, ਸੰਘਰਸ਼ ਕਰਨ ਤੋਂ ਭੱਜ ਗਏ ਨੇ, ਤੇ ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਉਹਨੂੰ ਭਗੌੜਾ ਕਿਹਾ ਜਾਂਦਾ। ਪਰ ਗੁਰੂ ਮਹਾਰਾਜ ਨੇ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਆਪਣੇ ਧਰਮ ਦੀ ਪਾਲਣਾ ਕਰਦਿਆਂ ਹੋਇਆਂ, ਉਸ ਪਰਮਾਤਮਾ ਤੱਕ ਪਹੁੰਚਣ ਦੀ ਜਾਚ ਸਿਖਾਈ। ਇਸ ਵਾਸਤੇ ਇਸ ਗੱਲ ਨੂੰ ਸਮਝਣਾ, ਗੁਰਬਾਣੀ ਦੀ ਵਿਚਾਰ ਤੋਂ ਬਿਨਾਂ ਇਹ ਸਮਝਿਆ ਨਹੀਂ ਜਾ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਵਿੱਚ ਫਰਮਾਉਂਦੇ ਨੇ, ਲੋਕਾਂ ਨੇ ਆਪਣੇ ਸਾਹਮਣੇ 6 ਦਰਸ਼ਨ ਰੱਖ ਲਏ, ਜਿਨ੍ਹਾਂ ਨੂੰ ਖਟ ਦਰਸ਼ਨ 6 ਸ਼ਾਸਤਰ ਕਹਿੰਦਾ। ਔਰ ਉਹਨਾਂ 6 ਸ਼ਾਸਤਰਾਂ ਦੇ ਵਿੱਚ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕਰਮਾਂ ਧਰਮਾਂ ਦੀ, ਪੁੰਨਾਂ ਪਾਪਾਂ ਦੀ ਵਿਆਖਿਆ ਕੀਤੀ। ਲੋਕ ਉਹਦੇ ਵਿੱਚ ਫਸੇ ਹੋਏ ਨੇ। ਆਹ ਕਰੋਗੇ ਤੁਹਾਨੂੰ ਆਹ ਮਿਲੇਗਾ, ਆਹ ਨਹੀਂ ਕਰੋਗੇ ਤੁਹਾਨੂੰ ਆਹ ਪਾਪ ਲੱਗੇਗਾ, ਇਹੀ ਚੱਕਰ ਚੱਲ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ, ਪਿਆਰਿਓ, ਤੁਹਾਨੂੰ ਕਿਸੇ ਐਸੇ ਹਠ ਯੋਗ ਕਰਨ ਦੀ ਲੋੜ ਨਹੀਂ। ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਇਆ, ਮਨ ਚੂਰੇ ਖਟ ਦਰਸ਼ਨ ਜਾਣ। ਚੂਰੇ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਤੋੜ ਦੇਣਾ, ਭੰਨ ਦੇਣਾ, ਚੂਰਨ ਕਰ ਦੇਣਾ। ਜਿਵੇਂ ਅਸੀਂ ਆਮ ਕਹਿ ਦਿੰਦੇ, ਮੈਂ ਉਹਨੂੰ ਭੰਨ ਕੇ ਚੂਰ ਚੂਰ ਕਰ ਦਿੱਤਾ। ਇਸੇ ਤਰ੍ਹਾਂ ਮਨ ਨੂੰ ਚੂਰਨਾ, ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਪਾਉਣਾ। ਕਿਉਂਕਿ ਮਨ ਦੇ ਵਿੱਚ ਸੰਕਲਪ ਤੇ ਵਿਕਲਪ ਉੱਠਦੇ ਰਹਿੰਦੇ, ਇਹਨਾਂ ਨੂੰ ਕਾਬੂ ਪਾਉਣਾ।
ਗੁਰੂ ਮਹਾਰਾਜ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਵੀ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ, ਕਿਹੜੇ ਪਾਸੇ ਮਨ ਨੂੰ ਲਾਉਣਾ ਤੇ ਕਿਹੜੇ ਪਾਸੇ ਨਹੀਂ ਲਾਉਣਾ। ਹੋਰ ਸੌਖਾ ਕਰਕੇ ਸਮਝ ਲਓ, ਜਿਵੇਂ ਘੋੜਾ ਸਵਾਰੀ ਵਾਸਤੇ ਹੈ, ਸਾਨੂੰ ਸਫ਼ਰ ਤੈਅ ਕਰਨ ਵਿੱਚ ਘੋੜੇ ਦੀ ਸਹਾਇਤਾ ਚਾਹੀਦੀ, ਪਰ ਘੋੜੇ ਦੀ ਲਗਾਮ ਵੀ ਚਾਹੀਦੀ ਸਵਾਰ ਦੇ ਹੱਥ ਵਿੱਚ। ਜਿਹੜਾ ਘੋੜਾ ਬੇਲਗਾਮਾ ਹੈ, ਜਿਹਦੀ ਲਗਾਮ ਸਵਾਰ ਦੇ ਹੱਥ ਵਿੱਚ ਨਹੀਂ, ਉਹ ਮੂੰਹ ਜ਼ੋਰ ਹੋ ਕੇ ਚੱਲੇਗਾ, ਤੇ ਜਿਹੜਾ ਘੋੜਾ ਮੂੰਹ ਜ਼ੋਰ ਹੋ ਕੇ ਚੱਲੇਗਾ ਉਹ ਤਾਂ ਸਵਾਰ ਨੂੰ ਕਿਧਰੇ ਵੀ ਖੂਹ ਖਾਤੇ ਵਿੱਚ ਸੁੱਟਦਾ। ਗੁਰਮਤ ਕਹਿੰਦੀ ਹੈ ਮਨ ਚੂਰੇ, ਮਨ ਨੂੰ ਕਾਬੂ ਕਰੇ, ਮਨ ਦੇ ਵਿੱਚੋਂ ਵਾਸ਼ਨਾਵਾਂ ਨੂੰ ਖਤਮ ਕਰੇ ਤੇ ਗੁਰੂ ਆਸ਼ੇ ਮੁਤਾਬਕ ਚੱਲੇ। ਛੋਟੇ ਹੁੰਦਿਆਂ ਇੱਕ ਸ਼ਬਦ ਪੜ੍ਹਦੇ ਸਾਂ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀਏ। ਮਨ ਦਾ ਸੁਭਾਅ ਹੈ, ਇਹ ਭੈੜੇ ਪਾਸੇ ਵੱਲ ਦੌੜ ਦੌੜ ਕੇ ਜਾਂਦਾ। ਇਹਨੂੰ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਹੋੜਨਾ ਹੈ, ਰੋਕਣਾ ਹੈ। ਭਾਈ ਗੁਰੂ ਦਾ ਹੁਕਮ ਨਹੀਂ ਹੈਗਾ। ਗੁਰੂ ਨੇ ਸਾਨੂੰ 5 ਰਹਿਤਾਂ ਦੱਸੀਆਂ ਨੇ ਤੇ ਨਾਲ 4 ਬਜਰ ਕੁਰੈਤਾਂ ਵੀ ਦੱਸੀਆਂ। ਰਹਿਤ ਦਾ ਮਤਲਬ ਹੈ ਜਿਸ ਤੇ ਧਾਰ ਨਹੀਂ ਹੋਣਾ, ਕੁਰੈਤ ਦਾ ਮਤਲਬ ਹੈ ਜਿਸ ਤੋਂ ਬਚ ਕੇ ਰਹਿਣਾ। ਹੁਣ ਇਹਦੀ ਵਿਆਖਿਆ ਤੇ ਕਿਤਨੀ ਲੰਬੀ ਚੌੜੀ ਕੀਤੀ ਜਾਏ ਥੋੜੀ ਹੈ, ਪਰ ਸਮੇਂ ਦੇ ਮੁਤਾਬਕ ਅਸੀਂ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਨੂੰ ਸਮਝੇ। ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਜਗਿਆਸੂ ਨੇ, ਜਿਸ ਜੀਵ ਨੇ, ਜਿਸ ਗੁਰਸਿੱਖ ਨੇ ਮਨ ਦੀਆਂ ਵਾਸ਼ਨਾਵਾਂ ਨੂੰ ਚੂਰ ਦਿੱਤਾ, ਤੋੜ ਦਿੱਤਾ, ਖਤਮ ਕਰ ਦਿੱਤਾ, ਭਾਵ ਕਾਬੂ ਪਾ ਲਿਆ, ਸਮਝ ਲਓ ਉਸ ਨੇ ਖਟ ਦਰਸ਼ਨ ਜਾਣ। ਉਹ ਜਿਹੜੇ 6 ਦਰਸ਼ਨ ਨੇ ਉਹਨਾਂ ਦੇ ਸਿਧਾਂਤ ਨੂੰ ਸਮਝ ਲਿਆ। ਉਹਨਾਂ ਸਭ ਦਾ ਨਿਚੋੜ ਇੱਥੇ ਹੀ ਆ ਕੇ ਮੁੱਕਦਾ। ਅਸੀਂ ਆਮ ਤੌਰ ਤੇ ਕਹਿ ਦਿੰਦੇ ਜਿਹਨੇ ਆਹ ਕੰਮ ਕਰ ਲਿਆ ਉਹਨੇ ਸਾਰੇ ਹੀ ਕਰ ਲਿਆ। ਜਿਹਦੇ ਘਰ ਵਿੱਚ ਸੁੱਖ ਹੈ ਉਹਨੂੰ ਸਭ ਜਗ੍ਹਾ ਸੁੱਖ ਹੈ, ਤੇ ਜਿਹਦੇ ਅੰਦਰ ਹੀ ਸੁੱਖ ਨਹੀਂ ਉਹਨੂੰ ਬਾਹਰਲੇ ਸੁੱਖ ਹੀ ਕਰ। ਮਨ ਚੂਰੇ ਖਟ ਦਰਸ਼ਨ ਜਾਣ, ਭਾਵ ਇਹਨਾਂ ਮਨ ਦੀਆਂ ਵਾਸ਼ਨਾਵਾਂ ਨੂੰ ਚੂਰਨ ਕਰਨਾ, ਖਤਮ ਕਰਨਾ, ਤਥਾ ਵਸੀਕਰਨ ਕਰਨਾ। ਜਿਸ ਨੇ ਇਹ ਕੰਮ ਕਰ ਲਿਆ ਸਮਝ ਲਓ ਉਸ ਨੇ 6 ਦਰਸ਼ਨਾਂ ਦੇ ਸਿਧਾਂਤ ਨੂੰ ਜਾਣ ਲਿਆ। ਸਰਬ ਜੋਤ ਪੂਰਨ ਭਗਵਾਨ, ਤੇ ਜਿਸ ਨੂੰ ਇਹ ਸਮਝ ਆ ਗਈ ਕਿ ਸਾਰਿਆਂ ਦੇ ਅੰਦਰ ਉਸ ਪੂਰਨ ਭਗਵਾਨ ਦੀ ਜੋਤ ਬਿਰਾਜਮਾਨ ਹੈ, ਹਰ ਜ਼ਰੇ ਜ਼ਰੇ ਕਣ ਕਣ ਵਿੱਚ ਉਹ ਪਰਮਾਤਮਾ ਆਪ ਬਿਰਾਜਮਾਨ। ਗੁਰਬਾਣੀ ਸਾਨੂੰ ਇਹੀ ਸਮਝਾ ਰਹੀ ਕਿ ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ ਤੇ ਸਰਵ ਵਿਆਪਕ ਹੈ। ਜਲ ਥਲ ਮਈਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਲਓ ਇਹ ਹੈ ਸ਼ਬਦ ਦੀ ਰਹਾਉ ਦੀ ਪੰਕਤੀ, ਸੈਂਟਰਲ ਆਈਡੀਆ। ਮਨ ਚੂਰੇ ਖਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ ਰਹਾਉ। ਗ੍ਰਹਿ ਬਨ ਸਮਸਰ ਸਹਿਜ ਸੁਭਾਏ, ਉਹਦੇ ਵਾਸਤੇ ਗ੍ਰਹਿ ਕਹੀਏ ਘਰ, ਬਨ ਕਹੀਏ ਜੰਗਲ, ਸਮਸਰ ਕਹੀਏ ਬਰਾਬਰ, ਉਸ ਨੂੰ ਕੋਈ ਫਰਕ ਨਹੀਂ। ਉਹ ਘਰ ਵਿੱਚ ਰਹੇ ਜਾਂ ਜੰਗਲ 'ਚ ਰਹੇ, ਉਹਦੇ ਲਈ ਦੋਵੇਂ ਬਰਾਬਰ ਨੇ। ਗੁਰੂ ਮਹਾਰਾਜ ਤੇ ਸਾਨੂੰ ਕਹਿੰਦੇ ਨੇ, ਭਾਈ ਇਸ ਘਰ ਨੂੰ ਹੀ ਜੰਗਲ ਵਾਂਗੂ ਸਮਝੋ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ। ਮਨ ਹੀ ਮਾਹੇ ਉਦਾਸਾ, ਭੈੜੇ ਕੰਮਾਂ ਤੋਂ ਮਨ ਨੂੰ ਰੋਕ ਲੈਣਾ ਜਿਹੜਾ ਇਹ ਘਰ ਹੀ ਜੰਗਲ ਵਰਗਾ। ਡਿਊਟੀ ਤੇ ਕਰਨੀ ਹੈ,
ਪਰਿਵਾਰ ਦੀ ਪਾਲਣਾ ਜ਼ਿੰਮੇਵਾਰੀ ਤੇ ਕਰਨੀ ਹੈ। ਜੇ ਪਤੀ ਬਣੇ ਹੋ ਤੇ ਪਤੀ ਦੀ ਡਿਊਟੀ ਨਿਭਾਓ, ਜੇ ਪਿਤਾ ਬਣੇ ਹੋ ਤੇ ਪਿਤਾ ਦੀ ਡਿਊਟੀ ਨਿਭਾਓ। ਬਹੁਤੇ ਖੁੱਬੜਾ ਨਹੀਂ। ਮਹਾਰਾਜ ਕਹਿੰਦੇ ਨੇ ਜਿਸ ਨੇ ਆਪਣੇ ਮਨ ਨੂੰ ਵਸੀਕਰਨ ਕਰ ਲਿਆ, ਗ੍ਰਹਿ ਬਨ ਸੰਸਰ, ਉਹਦੇ ਲਈ ਘਰ ਤੇ ਜੰਗਲ ਬਰਾਬਰ। ਸਹਿਜ ਸੁਭਾਏ, ਉਹ ਫਿਰ ਅਡੋਲ ਅਵਸਥਾ ਵਿੱਚ ਟਿਕ ਜਾਂਦਾ, ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਹ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਸਮਝਾਇਆ ਸੀ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੀ। ਇਹ ਮਿਸਾਲ ਦੇ ਕੇ ਸਮਝਾਇਆ। ਆਖਿਆ ਜਿਵੇਂ ਪਾਣੀ ਵਿੱਚ ਕਮਲ ਫੁੱਲ ਨਿਰਲੇਪ ਰਹਿੰਦਾ, ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਵੀ ਆਪਣੇ ਖੰਭਾਂ ਨੂੰ ਪਾਣੀ ਵਿੱਚ ਡੁੱਬਣ ਨਹੀਂ ਦਿੰਦੀ, ਇਸੇ ਤਰ੍ਹਾਂ ਜਿਹਨੇ ਆਪਣਾ ਮਨ ਵਿੱਚ ਕਾਬੂ ਪਾ ਲਿਆ, ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਉਹਦੇ ਲਈ ਘਰ ਤੇ ਜੰਗਲ ਬਰਾਬਰ ਹੈ। ਔਰ ਉਹ ਸਹਿਜ ਸੁਭਾਏ ਅਡੋਲਤਾ ਵਿੱਚ ਰਹਿੰਦਾ। ਦੁਰਮਤ ਗਤ ਭਈ ਕੀਰਤ ਠਾਈ, ਉਹ ਪਰਮਾਤਮਾ ਦੀ ਕੀਰਤੀ ਕਰਦਾ, ਤੇ ਕੀਰਤੀ ਕਰਨ ਦੇ ਨਾਲ ਉਹਦੀ ਜਿਹੜੀ ਖੋਟੀ ਮੱਤ ਹੈ ਗਤ ਭਈ। ਹੁਣ ਗੁਰਬਾਣੀ ਵਿੱਚ ਗਤ ਸ਼ਬਦ ਅਸੀਂ ਕਈ ਅਰਥਾਂ ਵਿੱਚ ਲੈਂਦੇ। ਗਤ ਤੱਤੇ ਨੂੰ ਸਿਆਰੀ ਨਾਲ ਹੋਵੇ ਤੇ ਗਤ ਕਲਿਆਣ ਹੋ ਜਾਵੇ। ਇੱਥੇ ਗਤ ਦਾ ਮਤਲਬ ਹੈ ਖਤਮ ਹੋ ਜਾ। ਜਿਵੇਂ ਅਸੀਂ ਕਿਸੇ ਦੀ ਝਾੜ ਝੰਬ ਕਰਦੇ ਹਾਂ, ਫਿਰ ਕੀ ਕਹਿੰਦੇ, ਅੱਜ ਮੈਂ ਚੰਗੀ ਗਤ ਬਣਾਈ ਉਹਦੀ, ਅੱਜ ਮੈਂ ਉਹਦੀ ਚੰਗੀ ਝਾੜ ਝੰਬ ਕੀਤੀ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੀ ਗੱਲ ਮੰਨ ਕੇ ਤੁਰਦਾ, ਦੁਰਮਤ ਗਤ ਵਹੀ, ਉਹਦੇ ਅੰਦਰੋਂ ਖੋਟੀ ਮਤ ਦੌੜ ਜਾਂਦੀ, ਖਤਮ ਹੋ ਜਾਂਦੀ। ਕੀਰਤ ਠਾਏ, ਉਹਦੇ ਹਿਰਦੇ ਵਿੱਚ ਦੁਰਮਤ ਦੀ ਬਜਾਏ ਫਿਰ ਗੁਰਮਤ ਕੀਰਤੀ ਆ ਜਾਂਦੀ। ਉਹ ਫਿਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਦਾ ਸਿਮਰਨ ਕਰ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇੱਕ ਐਸੀ ਸਟੇਜ ਆਉਂਦੀ ਹੈ ਕਿ ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਕੜ ਕੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਲਓ, ਇਹ ਤਰੀਕਾ ਗੁਰੂ ਨੇ ਦੱਸ ਦਿੱਤਾ। ਮਨ ਚੂਰੇ ਖਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ। ਇਹੋ ਜਿਹੇ ਵਿਅਕਤੀ ਲਈ, ਗੁਰਮੁਖ ਲਈ, ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਦੁਰਮਤ ਗਤ ਭਈ ਕੀਰਤ ਠਾਏ। ਗੁਰੂ ਨੇ ਹਰ ਗੱਲ ਸਮਝਾ ਦਿੱਤੀ। ਗੁਰੂ ਕੇ ਸਿੱਖ ਨੇ ਪਰਿਵਾਰ ਵਿੱਚ ਰਹਿਣਾ, ਪਰ ਆਪਣੀ ਇਸਤਰੀ ਨੂੰ ਆਪਣੀ ਇਸਤਰੀ ਸਮਝਣਾ, ਧੀ ਨੂੰ ਧੀ ਸਮਝਣਾ, ਭੈਣ ਨੂੰ ਭੈਣ ਸਮਝਣਾ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹਿਆ। ਪਾਤਸ਼ਾਹ ਕਹਿੰਦੇ ਨੇ ਮੈਂ ਤੇ ਜਦੋਂ ਹੋਸ਼ ਸੰਭਾਲੀ, ਸੁਧ ਜਬ ਤੇ ਹਮ ਧਰੀ, ਬਚਨ ਗੁਰ ਦੇ ਹਮਾਰੇ, ਪੂਤ ਇਹ ਪ੍ਰਣ ਤੋਏ, ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸੰਗ, ਨੇਹ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜਈਓ। ਵੇਖ ਪਰਾਈਆਂ ਚੰਗੀਆਂ, ਕਰ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੇ। ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਦੁਰਮਤ ਗਤ ਭਈ ਕੀਰਤ ਠਾਏ। ਹੁਣ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਕੀਰਤੀ ਵਸ ਗਈ। ਇਹ ਉਹਦੇ ਵਾਸਤੇ ਇੱਕ ਪੌੜੀ ਹੈ। ਜਿਵੇਂ ਪੌੜੀ ਤੇ ਆਪਾਂ ਸਟੈਪ ਬਾਈ ਸਟੈਪ ਚੱਲਦੇ ਹਾਂ,
सच पौड़ी साचो मुख नाहु। ये सच्ची पौड़ी है ਜਿਹੜਾ ਮੂੰਹ ਤੋਂ ਹਰ ਵੇਲੇ ਪਰਮਾਤਮਾ ਦੇ ਸੱਚੇ ਨਾਮ ਨੂੰ ਉਚਾਰਨ ਕਰਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰ ਸੇਵ ਪਾਏ ਨਿਜ ਥਾਉ। ਇਹੀ ਗੁਰੂ ਦੀ ਸੇਵਾ ਅੱਜ ਲੋਕਾਂ ਨੂੰ ਪਰਮਾਇਆ ਜਾ ਰਿਹਾ। ਪਹਿਲੇ ਸਿਮਰਨ ਕਰੋ ਜੀ, ਬਸ ਸਿਮਰਨ ਕਰੋ, ਬਾਣੀ ਪੜ੍ਹਨ ਦੀ ਲੋੜ ਹੀ ਕੋਈ ਨਹੀਂ। ਨਹੀਂ ਨਹੀਂ, ਬਾਣੀ ਇਸ ਲਈ ਪੜ੍ਹਨੀ ਹੈ ਕਿ ਬਾਣੀ ਨੇ ਸਮਝਾਉਣਾ ਕਿਸ ਦਾ ਸਿਮਰਨ ਕਰਨਾ, ਕਿਉਂ ਸਿਮਰਨ ਕਰਨਾ, ਸਿਮਰਨ ਕਰਨ ਨਾਲ ਕੀ ਮਿਲੇਗਾ। ਲਓ, ਪਾਤਸ਼ਾਹ ਨੇ ਫੈਸਲਾ ਕਰ ਦਿੱਤਾ। ਸੱਚ ਪੌੜੀ ਸਾਚੋ ਮੁਖ ਨਾਉ। ਸਤਿਗੁਰ ਸੇਵ ਪਾਏ ਨਿਜ ਥਾਉ। ਉਹਨੂੰ ਫਿਰ ਆਪਣੇ ਨਿਜ ਥਾਉ, ਆਪਣੇ ਟਿਕਾਣੇ, ਆਪਣੇ ਸਰੂਪ ਦੀ ਲਖਤਾ ਹੋ ਜਾਏ। ਮਨ ਚੂਰੇ ਘਟ ਦਰਸ਼ਨ ਜਾਣ। ਦੇਖੋ, ਮਨ ਨੂੰ ਕਈ ਤਰੀਕਿਆਂ ਨਾਲ ਬਾਣੀ ਵੀ ਸਮਝਾਏ। ਕਿਧਰੇ ਕਿਹਾ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਤੇ ਅਗਲੇ ਸ਼ਬਦ 'ਚ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸਚ ਸਮਾਨ। ਇਹ ਕੁਟੰਬ ਤੂੰ ਜੇ ਦੇਖਦਾ ਚਲੇ ਨਾ ਹੀ ਤੇਰੇ ਨਾਲ। ਦੇਖੋ, ਦੋਵੇਂ ਗੱਲਾਂ ਧਿਆਨ 'ਚ ਰੱਖਣੀਆਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਮਨ ਚੂਰੇ ਘਟ ਦਰਸ਼ਨ ਜਾਣ। ਸਰਬ ਜੋਤ ਪੂਰਨ ਭਗਵਾਨ ਰਹਾਓ। ਹੁਣ ਦੂਜਾ ਪੱਖ ਸਮਝਾਉਂਦੇ। ਅਦਕ ਤਿਆਸ ਭੇਖ ਬਹੁ ਕਰੇ। ਜਿਨ੍ਹਾਂ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਲੱਗੀ ਹੋਈ। ਅਦਕ ਦੇਖੋ, ਲੋੜ ਅਨੁਸਾਰ ਤੇ ਹਰ ਇੱਕ ਨੂੰ ਚਾਹੀਦੀ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਦੌਲਤ ਗੁਜ਼ਰਾਨ ਹੈ, ਗੁਜ਼ਾਰੇ ਲਈ ਤੇ ਚਾਹੀਦੀ। ਭਗਤਾਂ ਨੇ ਕਿਹਾ ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਭਗਤ ਧੰਨਾ ਜੀ ਵਰਗੇ ਨੇ ਕਿਹਾ ਤਾਂ ਮਹਾਰਾਜ ਮੈਨੂੰ ਆਹ ਚੀਜ਼ਾਂ ਤੇ ਜ਼ਰੂਰ ਚਾਹੀਦੀਆਂ, ਪਰ ਜਿਹੜੀ ਲੋੜ ਤੋਂ ਵੱਧ ਹੈ ਉਹਨੂੰ ਅਦਕ ਤਿਆਸ ਕਿਹਾ। ਤਿਆਸ ਦਾ ਮਤਲਬ ਹੈ ਤ੍ਰਿਸ਼ਨਾ। ਅਦਕ ਤਿਆਸ ਭੇਖ ਬਹੁ ਕਰੇ। ਜਿਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਤੇ ਉਤੋਂ ਭੇਖ ਕਰਦਾ, ਭਾਵੇਂ ਉਹ ਗਿਆਨੀ ਬਣ ਜਾਏ, ਪੰਡਿਤ ਬਣ ਜਾਏ, ਸਾਧੂ ਬਣ ਜਾਏ, ਸੰਨਿਆਸੀ ਬਣ ਜਾਏ, ਅੰਦਰ ਪਦਾਰਥ ਇਕੱਠੇ ਕਰਨ ਦੀ ਇੱਛਾ। ਮਹਾਰਾਜ ਕਹਿੰਦੇ ਭਾਈ ਦੁੱਖ ਵਿਖਿਆ ਸੁਖ ਤਨ ਪਰ ਹਰੈ। ਇਸ ਵਿਖਿਆ ਵਿੱਚ ਲੱਗਿਆ ਤੇ ਦੁੱਖ ਹੀ ਦੁੱਖ ਮਿਲਣਗੇ। ਕਦੇ ਮਾਇਆ ਆ ਗਈ ਤੇ ਖੁਸ਼ ਹੋ ਗਏ, ਚਲੀ ਗਈ ਤੇ ਰੋਣ ਲੱਗ ਪਏ। ਦੁੱਖ ਵਿਖਿਆ ਸੁਖ ਤਨ ਪਰ ਹਰੈ। ਜਿਹੜੇ ਤਨ ਦੇ ਸੁੱਖ ਨੇ ਉਹ ਦੂਰ ਚਲੇ ਜਾਣ, ਉਹ ਫਿਰ ਸੁੱਖ ਨਹੀਂ ਲੱਭ ਸਕਦਾ। ਸੁਖ ਨਾਹੀ ਰੇ ਹਰ ਭਗਤ ਬਿਨਾ। ਜੀਤ ਜਨਮ ਇਹ ਰਤਨ ਅਮੋਲਕ। ਸਾਧ ਸੰਗਤ ਜਪ ਇੱਕ ਖਿਨਾ। ਫਿਰ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਅੰਤਰ ਧਨ ਹਿਰੈ। ਜਿਨ੍ਹਾਂ ਦੇ ਅੰਦਰ ਕਾਮ ਤੇ ਕ੍ਰੋਧ ਹੈ, ਉਹ ਅੰਦਰਲੇ ਦੈਵੀ ਗੁਣਾਂ ਦਾ ਧਨ ਜਿਹੜਾ ਹੈ, ਸ਼ੁਭ ਗੁਣਾਂ ਦਾ ਧਨ, ਉਹਨੂੰ ਹਿਰੈ ਚੁਰਾ ਲੈ। ਉਹਨਾਂ ਦੇ ਅੰਦਰ ਸ਼ੁਭ ਗੁਣਾਂ ਨੂੰ ਟਿਕਣ ਹੀ ਨਹੀਂ ਦਿੰਦਾ। ਦੁਬਿਧਾ ਛੋੜ ਨਾਮ ਨਿਸਤਰੈ। ਪਰ ਉਸ ਦਾ ਭਲਾ ਕਿਵੇਂ ਹੋ ਸਕਦਾ? ਦੋ ਚਿਤਾਪਨ ਛੱਡ ਦੇ। ਅਸੀਂ ਚਾਹੁੰਦੇ ਹਾਂ ਦੋਵੇਂ ਕੰਮ ਚੱਲਦੇ ਨੇ। ਲੋਕਾਂ ਨੂੰ ਇਹ ਵੀ ਨਜ਼ਰ ਆਵੇ ਅਸੀਂ ਸਿੱਖ ਹੈਗੇ ਹਾਂ, ਤੇ ਲੋਕਾਂ ਨੂੰ ਇਹ ਵੀ ਨਜ਼ਰ ਆਵੇ ਵੀ ਇਹ ਸਾਡੇ ਨਾਲੋਂ ਘੱਟ ਵੀ ਨਹੀਂ ਹੈਗੇ। ਜੋ ਪਖੰਡ ਹੈ, ਜੋ ਦਿਖਾਵਾ ਹੈ, ਜਿਨ੍ਹਾਂ ਗੱਲਾਂ ਤੋਂ ਗੁਰੂ ਨੇ ਰੋਕਿਆ ਉਹ ਵੀ ਕਰੀ ਜਾਣੀਆਂ, ਨਾਲੇ ਕਹਿਣਾ ਅਸੀਂ ਬੜੇ ਸਿੱਖ ਹਾਂ। ਇਹ ਦੁਬਿਧਾ, ਇਹ ਦੋ ਚਿਤਾਪਨ। ਮਹਾਰਾਜ ਨੇ ਹਰ ਗੱਲ ਸਮਝਾਤੀ। ਕਾਮ ਕ੍ਰੋਧ ਅੰਤਰ ਤਨ ਹਿਰੈ। ਦੁਬਿਧਾ ਛੋੜ ਨਾਮ ਨਿਸਤਰੈ। ਇੱਥੇ ਨਾਮ ਦੇ ਮੰਮੇ ਨੂੰ ਸਿਆਰੀ ਹੈ। ਦੋ ਚਿਤਾਪਨ ਛੱਡ ਕੇ ਦੋ ਬੇੜੀਆਂ ਦਾ ਸਵਾਰ ਨਾ ਬਣੇ। ਨਾਮ ਨਿਸਤਰੈ, ਨਾਮ ਦੇ ਨਾਲ ਜੁੜ ਕੇ ਇਸ ਸੰਸਾਰ ਸਾਗਰ ਤੋਂ ਤਰ ਜਾ। ਸਿਫਤ ਸਲਾਹਣ ਸਹਿਜ ਆਨੰਦ। ਜੇ ਸਹਿਜ ਅਡੋਲਤਾ ਲੈਣੀ, ਜੇ ਆਨੰਦ ਲੈਣਾ, ਤੇ ਫਿਰ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ।
ਕਈ ਆਖਣਗੇ ਕਿਉਂ ਜੀ ਗੁਰਦੁਆਰੇ ਬੈਠੇ ਰਿਹਾ ਕਰੀਏ। ਨਹੀਂ ਨਹੀਂ, ਆਪਣੀ ਕਿਰਤ ਵੀ ਕਰਨੀ ਹੈ, ਪਰ ਬਿਰਤ ਜਿਹੜੀ ਉਹ ਪਰਮਾਤਮਾ ਵੱਲ ਰੱਖਣੀ। ਇਸੇ ਲਈ ਲਿਖਿਆ ਕਿਰਤ ਵਿਰਤ ਕਰ ਧਰਮ ਦੀ। ਧਰਮ ਦੀ ਕਿਰਤ ਕਰਨੀ ਹੈ, ਦਸਾਂ ਨੋਹਾਂ ਦੀ ਕਿਰਤ ਕਰਨੀ। ਇਹ ਨਹੀਂ ਕਿਸੇ ਨੂੰ ਕਹਿਣਾ ਕਿ ਸਹੁੰ ਗੁਰੂ ਦੀ ਮੈਂ ਇਹ ਚੀਜ਼ ਇੰਨੇ ਦੀ ਲਿਆਂਦੀ ਹੈ, ਸਹੁੰ ਫਾ ਗੁਰੂ ਦੀ। ਨਹੀਂ ਨਹੀਂ, ਪਰਮਾਤਮਾ ਨੂੰ ਹੀ ਹਾਜ਼ਰ ਨਾਜ਼ਰ ਜਾਣ। ਤੋ ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਗੋਬਿੰਦ ਨਾਲ ਪ੍ਰੇਮ ਕਰਨਾ ਜਿਹੜਾ, ਇਹਨੂੰ ਹੀ ਆਪਣਾ ਮਿੱਤਰ ਤੇ ਆਪਣਾ ਰਿਸ਼ਤੇਦਾਰ ਸਮਝ। ਭਾਵ ਹਰ ਵੇਲੇ ਪਰਮਾਤਮਾ ਦਾ ਧਿਆਨ ਰੱਖਣਾ ਤੇ ਇਹ ਭਰੋਸਾ ਕਰਨਾ ਕਿ ਆਪੇ ਕਰੇ ਆਪੇ ਬਖਸ਼ਿੰਦ। ਉਹ ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ, ਆਪ ਹੀ ਬਖਸ਼ਣ ਵਾਲਾ ਹੈ। ਬਸ ਕ੍ਰੈਡਿਟ ਆਪ ਨਹੀਂ ਲੈਣਾ, ਅਸੀਂ ਕ੍ਰੈਡਿਟ ਵੀ ਲੈਣਾ ਚਾਹੁੰਦੇ ਹਾਂ। ਸਾਡੇ ਨਾਮ ਦਾ ਕੋਈ ਜਕਾਰਾ ਨਾ ਬੁਲਾਵੇ ਅਸੀਂ ਗੁੱਸੇ ਹੋ ਜਾਂਦੇ ਹਾਂ, ਸਾਨੂੰ ਕੋਈ ਸਿਰੋਂ ਪਾਉ ਨਾ ਦੇਵੇ ਅਸੀਂ ਗੁੱਸੇ ਹੋ ਜਾਂਦੇ। ਨਹੀਂ, ਆਖਣਾ ਇਹ ਵਾਹਿਗੁਰੂ ਦੀ ਕਿਰਪਾ ਹੈ, ਮੈਂ ਕੀ ਕਰਨ ਜੋਗਾ, ਮੇਰੇ ਵਿੱਚ ਕੀ ਸਮਰੱਥਾ ਹੈ। ਜੇ ਵਾਹਿਗੁਰੂ ਨੇ ਮੈਨੂੰ ਬਖਸ਼ੇ ਨੇ 4 ਛਿਲੜ, ਮੈਂ ਉਹਦੇ ਚੋਂ ਸੇਵਾ ਕਰ ਦਿੱਤੀ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰ ਪੈ ਆਗੇ ਜਿੰਦ। ਆਪਣਾ ਤਨ ਤੇ ਮਨ, ਆਪਣੀ ਜਿੰਦ ਸਭ ਕੁਝ ਹਰੀ ਦੇ ਅੱਗੇ ਸਮਰਪਿਤ ਕਰ ਦੇ। ਇਹ ਸਭ ਉਹਦੀ ਦਾਤ ਹੈ। ਕਹਿੰਦੇ ਰੋਜ਼ਾਂ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਪਰ ਮੰਨਦੇ ਨਹੀਂ, ਖਿਮਾ ਕਰਨ। ਜੇ ਮੰਨ ਜਾਈਏ ਤਾਂ ਫਿਰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਗੱਲ ਰਹੇਗੀ। ਤੋ ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰ ਪੈ ਆਗੇ ਜਿੰਦ। ਝੂਠ ਵਿਕਾਰ ਮਹਾ ਦੁਖ ਦੇ। ਬਸ ਫਿਰ ਸਮਝ ਆ ਜਾਂਦੀ ਇਹ ਝੂਠ ਅਤੇ ਵਿਕਾਰ ਜਿਹੜੇ ਨੇ ਇਹ ਮਹਾ ਦੁੱਖ ਦੇ, ਇਹ ਇਸ ਸਰੀਰ ਵਾਸਤੇ ਦੁੱਖ ਦੇਣ ਵਾਲੇ ਨੇ। ਇਹਨਾਂ ਵਿੱਚੋਂ ਕਦੇ ਅੱਜ ਤੱਕ ਕਿਸੇ ਨੂੰ ਸੁੱਖ ਨਹੀਂ ਮਿਲਿਆ। ਭੇਖ ਵਰਨ ਦੀਸੈ ਸਭ ਖੇ। ਇਹ ਜਿਤਨੇ ਦਿਖਾਵੇ ਨੇ, ਇਹ ਜਿਤਨੀਆਂ ਜ਼ਾਤਾਂ ਪਾਤਾਂ ਨੇ, ਮੈਂ ਜੀ ਖੱਤਰੀ ਹਾਂ, ਮੈਂ ਬਾਹਮਣ ਹਾਂ, ਮੈਂ ਸ਼ੂਦਰ ਹਾਂ, ਮੈਂ ਵੈਸ਼, ਇਹ ਸਭ ਖੇ ਨੇ, ਮਿੱਟੀ ਨੇ, ਇਹਨਾਂ ਦੀ ਕੋਈ ਕੀਮਤ ਨਹੀਂ। ਬਾਬਾ ਨਾਨਕ ਜੀ ਨੂੰ ਤੇ ਪੁੱਛਿਆ ਸੀ ਮੱਕੇ ਵਿੱਚ, ਦੱਸੋ ਸਾਨੂੰ ਆਪਣੀ ਕਿਤਾਬ ਖੋਲ ਕੇ, ਹਿੰਦੂ ਵੱਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਬਸ ਜਿਸ ਨੇ ਸਮਝ ਆ ਗਈ ਫਿਰ ਇੱਕ ਨਿਸ਼ਚਾ ਰੱਖਣਾ, ਜੋ ਉਪਜੈ ਸੋ ਆਵੇ ਜਾਏ। ਜਿਹੜਾ ਪੈਦਾ ਹੋਇਆ ਉਸਨੇ ਚਲੇ ਜਾਣਾ। ਇਹ ਗੱਲ ਲੋਕਾਂ ਲਈ ਨਹੀਂ, ਆਪਣੇ ਉੱਤੇ ਵੀ ਟਿਕਾਉਣੀ ਹੈ। ਤੇ ਜੇ ਚਲੇ ਜਾਣਾ ਤੇ ਫਿਰ ਇੰਨੇ ਖਲੇਰੇ ਕਾਹਨੂੰ ਪਾਣੇ। ਜੋ ਉਪਜੈ ਸੋ ਆਵੇ ਜਾਏ, ਨਾਨਕ ਅਸਥਿਰ ਨਾਮ ਰਜ਼ਾਏ। ਨਾਨਕ ਜੀ ਫਰਮਾਉਂਦੇ ਨੇ ਸਦਾ ਰਹਿਣ ਵਾਲੀ ਚੀਜ਼ ਤੇ ਪਰਮਾਤਮਾ ਦਾ ਨਾਮ ਹੈ ਤੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।